ਇਹ ਆਤਮਾ ਕਿਹਦੇ ਵਿੱਚ ਸੀਗਾ? ਪਤਰਸ ਵਿੱਚ। ਔਰ ਪਤਰਸ ਨੂੰ ਦੱਸ ਦਿੱਤਾ ਵੀ ਜਿਹੜਾ ਤੇਰੇ ਕੋਲ ਆਇਆ ਉਹ ਆਪਣੇ ਆਪ ਨੂੰ ਸਿਆਣਾ ਬਣਦਾ। ਕੀ ਬਣਦਾ ਆ ਉਹ? ਉਹਨਾਂ ਨੇ ਘਰ 'ਚ ਇੱਕ ਦੂਜੇ ਦੇ ਕੰਨਾਂ 'ਚ ਕੀ ਮਾਰੀਆਂ ਆ? ਇਹਨੂੰ ਪਹਿਲੇ ਪਤਾ ਲੱਗ ਗਿਆ ਪਤਰਸ ਨੂੰ। ਪਰ ਆਖਿਆ ਹਨਨਿਆ ਤੂੰ ਕਿਉਂ ਝੂਠ ਬੋਲਿਆ? ਔਰ ਲਿਖਿਆ ਉਹ ਉਸੇ ਵੇਲੇ ਹੀ ਮਰ ਗਿਆ। ਇੱਦਾਂ ਉਹਦੀ ਪਤਨੀ ਆਈ, ਕਿਉਂਕਿ ਉਹਨਾਂ ਨੇ ਤਾਂ ਘਰ 'ਚ ਸਲਾਹ ਕੀਤੀ ਸੀ। ਪਤਨੀ ਨੂੰ ਪਤਾ ਨਹੀਂ ਵੀ ਮੇਰਾ ਪਤੀ ਮਰ ਚੁੱਕਿਆ। ਉਹ ਵੀ ਆਈ ਦੌੜੀ ਪਤਰਸ ਕੋਲ। ਉਹਨੇ ਆਖਿਆ ਸ਼ਬੀਰਾ ਆ ਜ਼ਮੀਨ ਇੰਨੀ ਦੀ ਵੇਚੀ 50,000 ਦੀ? ਉਹ ਕਹਿੰਦੀ ਹਾਂ। ਕੀ ਕਿੰਨੇ ਦੀ ਵੇਚੀ ਹੈ? ਤੇ ਪਤਰਸ ਕੀ ਕਹਿੰਦਾ ਕਿਉਂ? ਕਹਿੰਦਾ ਤੁਸੀਂ ਦੋਨਾਂ ਨੇ ਲੱਗਦਾ ਘਰ ਬੈਠ ਕੇ ਕੀ ਕੀਤੀ ਹੈ? ਸਲਾਹ ਕੀਤੀ ਹੈ ਵੀ ਅਸੀਂ ਝੂਠ ਬੋਲਣਾ। ਉਹਨੇ ਆਖਿਆ ਤੇਰੇ ਭਰਤੇ ਨੂੰ ਹਲੇ ਦੱਬ ਕੇ ਆਉਂਦੇ ਹੀ ਹੋਣੇ ਆ। ਔਰ ਲਿਖਿਆ ਉਹ ਵੀ ਬਾਈਬਲ 'ਚ ਲਿਖਿਆ ਉਸੇ ਵੇਲੇ ਉੱਥੇ ਡਿੱਗ ਗਈ ਤੇ ਕੀ ਹੋ ਗਈ? ਮੈਂ ਕਹਾਣੀ ਦੱਸਣ ਦਾ ਮਤਲਬ ਕੀ ਹੈ? ਕਦੇ ਅਸੀਂ ਚਰਚ ਵਿੱਚ ਆਉਂਦੇ ਹਾਂ ਔਰ ਸੋਚਦੇ ਹਾਂ ਮੇਰੇ ਵਰਗਾ ਸਿਆਣਾ ਤੇ ਚਤਰ ਬੰਦਾ ਕੋਈ ਨਹੀਂ। ਚਤਰਾਈ ਤੁਹਾਡੀ ਘਰ 'ਚ ਚੱਲ ਸਕਦੀ ਹੈ, ਤੁਹਾਡੇ ਕੰਮ 'ਚ ਚੱਲ ਸਕਦੀ ਹੈ, ਲੇਕਿਨ ਪ੍ਰਭੂ ਦੇ ਰਾਜ ਵਿੱਚ ਤੁਹਾਡੀ ਇੰਨੀ ਕੁ ਵੀ ਚਤਰਾਈ ਨਹੀਂ। ਇਸ ਲਈ ਵਿਸ਼ਵਾਸੀਆਂ ਨੂੰ, ਸੇਵਕਾਂ ਨੂੰ ਕਦੇ ਵੀ ਇੱਕ ਦੂਜੇ ਨਾਲ ਕੀ ਨਹੀਂ ਕਰਨੀ ਚਾਹੀਦੀ? ਹਾਂ, ਗੁਪਤਗੋ ਨਹੀਂ ਕਰਨੀ ਚਾਹੀਦੀ। ਪੜਦੇ ਨਹੀਂ ਪਾਣੇ ਚਾਹੀਦੇ ਆਪਸ ਵਿੱਚ। ਜੇ ਅਸੀਂ ਪੜਦੇ ਪਾਉਂਦੇ ਆ ਫਿਰ ਸਾਡੇ ਵਿੱਚ ਭਾਈ ਭੈਣ ਵਾਲਾ ਪ੍ਰੇਮ ਕਿੱਥੇ ਆ? ਔਰ ਕਹਿੰਦਾ ਆਪਣੀ ਸਮਝ ਵਿੱਚ ਕੀ ਨਾ ਬਣ ਬੈਠੋ, ਸਿਆਣੇ ਨਾ ਬਣੋ। ਸਿਆਣਾ ਵਿਸ਼ਵਾਸੀ ਤੁਹਾਨੂੰ ਦੱਸ ਦਿੱਤਾ ਉਹ ਹੈ ਜਿਹੜਾ ਦੂਜਿਆਂ ਦੇ ਲਈ ਕੀ ਆ? ਫਿਕਰਮੰਦ ਹੈ, ਪਿਆਰ ਕਰਦਾ। ਹਾਂਜੀ ਅੱਗੇ ਜਲਦੀ ਪੜਾਂਗੇ। ਭਾਈ ਨੇ ਅਗਲੀ ਪੜੀ, ਬੁਰਾਈ ਦੇ ਬੱਟੇ ਕੀ ਨਾ ਕਰੋ। ਬੁਰਾਈ ਦੇ ਬੱਟੇ ਦੇਖੋ ਮਸੀਹੀ ਜ਼ਿੰਦਗੀ ਕਿੱਦਾਂ ਦੀ ਹੈ? ਸੰਸਾਰ ਦੇ ਸਥਰ ਤੋਂ ਤੇ ਉੱਠ ਕੇ ਜੀਣਾ ਪੈਣਾ। ਕੀ ਕਰਨਾ ਪੈਣਾ? ਸੰਸਾਰ ਦੇ ਸਥਰ ਤੋਂ ਉੱਠ ਕੇ ਜੀਣਾ। ਬੁਰਾਈ ਦੇ ਬੱਟੇ ਬੁਰਾਈ ਨਾ ਕਰਨਾ ਬਹੁਤ ਹੀ ਜਿਹੜੀ ਹੈ ਇੱਕ ਅਦਭੁਤ ਗੱਲ ਹੈ। ਇਹ ਹੋ ਨਹੀਂ ਸਕਦਾ। ਅੱਜ ਦੇ ਬਹੁਤ ਘੱਟ ਵਿਸ਼ਵਾਸੀ ਜਿਹੜੇ ਕਰ ਪਾ ਸਕਦੇ। ਉਹ ਕਹਿੰਦਾ ਕਿਸੇ ਦੇ ਨਾਲ ਬੁਰਾਈ ਦੇ ਬੱਟੇ ਕੀ ਨਾ ਕਰੋ। ਹੋ ਸਕਦਾ ਘਰ ਦੇ ਵਿੱਚ ਤੁਹਾਡਾ ਪਤੀ ਆਪਣੀ ਪਤਨੀ ਨੂੰ ਤੰਗ ਕਰਦਾ ਹੋਵੇ। ਪਤਨੀ ਨੂੰ ਕੀ ਕਰਨਾ? ਚੁੱਪ ਰਹਿ। ਇਹ ਪਤਾ ਨਹੀਂ ਕਹੇ ਕਿ ਮੈਂ ਤੈਨੂੰ ਰੋਟੀ ਨਹੀਂ ਦੇਣੀ, ਮੈਂ ਝਾੜੂ ਨਹੀਂ ਲਾਉਣਾ, ਮੈਂ ਭਾਂਡੇ ਨਹੀਂ ਮਾਂਜਣੇ, ਤੇ ਬੁਰਾਈ ਹੋ ਗਈ। ਬੁਰਾਈ ਦੇ ਮਤਲਬ ਕੀ ਹੋ ਗਈ? ਭਾਵੇਂ ਤੁਸੀਂ ਮੂੰਹ ਚੋਂ ਆਪਣੇ ਪਤੀ ਨੂੰ ਗਾਲ ਨਹੀਂ ਕੱਢੀ, ਭਾਵੇਂ ਤੁਸੀਂ ਬੁਰਾ ਨਹੀਂ ਕੀਤਾ, ਪਰ ਅਸੀਂ ਕੀ ਕਰ ਦਿੱਤੀ? ਬੁਰਾਈ। ਜੇ ਪਤੀ ਵੀ ਇੱਦੇ ਕਰੇ, ਮੈਂ ਰੋਟੀ ਦਿੱਤੀ, ਮੈਂ ਫਿਰ ਬਸ ਆ ਨਹੀਂ ਕਰਨਾ। ਘਰਾਂ 'ਚ ਲੜਾਈਆਂ। ਉਹ ਐਗਜ਼ਾਮਪਲ ਦੇ ਰਿਹਾ ਫੋਰ ਐਗਜ਼ਾਮਪਲ। ਇਸੇ ਤਰ੍ਹਾਂ ਬਾਈਬਲ ਸਾਨੂੰ ਕਹਿੰਦੀ ਬੁਰਾਈ ਵੱਟੇ ਕੀ ਨਾ ਕਰੋ। ਅੰਗ ਲੱਕੜੀ ਕਹਿੰਦਾ ਬੁਰਾਈ ਦੇ ਵੱਟੇ ਇਹ ਤਾਂ ਛੋਟੀ ਜਿਹੀ ਬੁਰਾਈ ਹੈ। ਨਿੱਕ ਨਿੱਕੀਆਂ ਘਰ ਦੀਆਂ ਗੱਲਾਂ ਮੈਂ ਜਾਣ ਕੇ ਫੋਰ ਐਗਜ਼ਾਮਪਲ ਦੇ ਰਿਹਾ ਵੀ ਬੁਰਾਈ ਇਹੀ ਨਾ ਸਮਝੋ ਕਿ ਕਿਸੇ ਨੇ ਚਪੇੜ ਮਾਰੀ ਤੇ ਤੁਸੀਂ ਚਪੇੜ ਨਹੀਂ ਮਾਰੀ। ਇਹੀ ਬੁਰਾਈ ਨਹੀਂ। ਬੁਰਾਈ ਬਹੁਤ ਆ। ਜੇ ਕਿਸੇ ਨੇ ਤੁਹਾਡਾ ਬੁਰਾ ਕੀਤਾ ਪਰ ਤੁਸੀਂ ਵੀ ਉਹਦੇ ਨਾਲ ਬੁਰਾ ਬਿਹੇਵੀਅਰ ਕਰਦੇ ਆ ਤਾਂ ਇਹ ਸੇਮ ਹੋ ਗਿਆ। ਕੀ ਹੋ ਗਿਆ ਮਨ? ਸੇਮ ਹੋ ਗਿਆ। ਜੇ ਮੈਂ ਕਿਸੇ ਨਾਲ ਬੁਰਾ ਕਰਦਾ ਔਰ ਉਹ ਮੇਰੇ ਨਾਲ ਬੁਰਾ ਕਰ ਦਿੰਦਾ ਹੈ ਤੇ ਮੈਂ ਕੀ ਕਰ ਦਿੱਤਾ? ਸੇਮ ਟੂ ਸੇਮ ਸੀ ਲਾਤੀ। ਕੀ ਲੱਗੇ? ਬਰੋਬਰ। ਜੇ ਤੁਸੀਂ ਚੁੱਪ ਰਹਿੰਦੇ ਆ, ਦੂਜਾ ਬੰਦਾ ਬੁਰਾਈ ਕਰਦਾ, ਤੁਹਾਡੀ ਲੱਤ ਉੱਤੇ ਆ ਜਾਵੇ। ਉਹਦੇ ਕਿੱਥੇ ਆ? ਭੈਣਾਂ ਨੂੰ ਖਾਸ ਕਰਕੇ। ਜੇ ਕੋਈ ਤੁਹਾਡੇ ਨਾਲ ਬੁਰਾਈ ਕਰਦਾ ਪਰ ਤੁਸੀਂ ਚੁੱਪ ਆ, ਫਿਰ ਤੁਹਾਡੀ ਲੱਤ ਕੀ ਆ ਭੈਣ? ਇਹ ਨਾ ਸਮਝੋ ਵੀ ਉਹ ਬੰਦਾ ਚਤਰ ਹੈ, ਨਹੀਂ, ਉਹ ਥੱਲੇ ਲੈਵਲ ਤੁਹਾਡੇ। ਤੁਸੀਂ ਉਹ ਤੋਂ ਇੱਕ ਲੈਵਲ ਕੀ ਹੋ ਗਿਆ? ਉੱਪਰ ਹੋ ਗਿਆ। ਉਹਨੂੰ ਬੁਰਾਈ ਕਰਨ ਦਿਓ, ਉਹਨੂੰ ਆਪਣਾ ਕੰਮ ਕਰਨ ਦਿਓ। ਤੁਸੀਂ ਆਪਣਾ ਕੰਮ ਕਿਹਨੂੰ ਸੌਂਪੋ? ਖੁਦਾ ਨੂੰ। ਕਿਹਨੂੰ ਸੌਂਪੋ? ਪਰਮੇਸ਼ਵਰ ਨੂੰ। ਤੁਸੀਂ ਨਹੀਂ ਉਹ ਕੰਮ ਕਰਨਾ। ਜਦੋਂ ਮਿਸਰ ਦੇ ਵਿੱਚੋਂ ਇਸਰਾਇਲੀ ਲੋਕ ਨਿਕਲੇ ਔਰ ਨਿਕਲ ਕੇ ਕੀ ਆ ਰਹੇ ਸੀਗੇ? ਆ ਮਿਸਰਿਆ, ਇੱਥੇ ਮਿਸਰਿਆ ਜੀ, ਇੱਥੋਂ ਨਿਕਲੇ ਲੋਕ ਆ ਗਏ ਸਮੁੰਦਰ ਕੰਢੇ। ਆ ਸਮੁੰਦਰ ਆ ਤੇ ਹੁਣ ਇੱਧਰ ਵੀ ਰਸਤਾ ਹੈ ਨਹੀਂਗਾ ਕੋਈ, ਆ ਸਾਰਾ ਸਮੁੰਦਰ ਆ ਜੀ। ਆ ਮਿਸਰ ਆ, ਇੱਥੇ ਖੜੇ ਆ ਪਰਜਾ, ਆ ਪਿੱਛੇ ਸੈਨਾ ਆ ਰਹੀ ਆ।
ਇਹਨੂੰ ਮਾਰਨ ਦੇ ਲਈ ਇਸਰਾਏਲੀਆਂ ਨੇ ਆ ਦੌੜੇ ਆ ਰਹੇ ਰੱਥਾਂ ਤੇ ਕਿਰਪਾਨਾਂ ਛੁਰੇ ਚਾਕੂਆਂ ਲੈ ਕੇ ਉਹਨੇ ਆਖਿਆ ਸੀ ਇਸਰਾਏਲੀ ਛੱਡਣੇ ਕਾਕਾ ਨਹੀਂ। ਇੱਥੇ ਇੱਕ ਬੰਦਾ ਹੈ ਉਹਦਾ ਨਾਮ ਕੀ ਆ? ਮੂਸਾ। ਇਹ ਦੌੜਾ ਹੀ ਗਿਆ ਕਿੱਥੇ ਨੂੰ? ਲੋਕੀ ਇਹਨੂੰ ਬੁਰਾ ਬੋਲਣ ਲੱਗ ਪਏ ਜਿਹੜੇ ਲੋਕੀ ਖੜੇ ਸੀ ਮੂਸਾ ਦੇ ਨਾਲ। ਕਿੰਨੇ ਲੋਕ ਸੀ? ਲਗਭਗ 6 ਲੱਖ। ਕਿੰਨੇ ਲੋਕ ਸੀ ਭੈਣ? ਲਗਭਗ 6 ਲੱਖ ਲੋਕ। ਇਹ ਕੀ ਕਹਿੰਦੇ? ਕਹਿੰਦੇ ਮੂਸਾ ਤੂੰ ਬੜਾ ਨਕਮਾ ਬੰਦਾ, ਓਏ ਅੱਗੇ ਰਾਹ ਨਹੀਂ, ਤੂੰ ਸਾਨੂੰ ਮਿਸਰ ਚੋਂ ਕੱਢ ਲਿਆ, ਅੱਗੇ ਕੀ ਨਹੀਂ ਹੈਗਾ, ਮੋਰੇ ਪਾਣੀ ਖੜਾ, ਤੂੰ ਕਹਿੰਦਾ ਪਰਮੇਸ਼ਰ ਸਾਨੂੰ ਬਚਾਏਗਾ। ਉਹ ਚੰਗਾ ਸੀ ਅਸੀਂ ਮਿਸਰ 'ਚ ਮਰ ਜਾਂਦੇ, ਅਸੀਂ ਤਾਂ ਗਲਤੀ ਕਰ ਲਈ ਤੇਰੇ ਪਿੱਛੇ ਆ ਗਏ। ਔਰ ਮੂਸਾ ਨੂੰ ਉਹ ਗੁੱਸਾ ਚੜਾਈ ਜਾਂਦੇ ਆ, ਬੁੜਬੜਾਉਣ ਲੱਗ ਪਏ। ਉਹਨਾਂ ਨੇ ਆਖਿਆ ਇਹਨਾਂ ਮਿਸਰੀਆਂ ਨੇ ਨਾ ਸਾਨੂੰ ਛੱਡਣਾ ਔਰ ਨਾ ਸਾਡੇ ਬੱਚਿਆਂ ਨੂੰ ਛੱਡਣਾ। ਉਹ ਮੂਸਾ ਤੂੰ ਕੀ ਕੀਤਾ? ਅੱਗੇ ਰਾਸਤਾ ਨਹੀਂ ਹੈਗਾ ਸਾਡੇ ਲਈ। ਫੇਰ ਕੀ ਹੋ ਰਿਹਾ? और पीछे कौन आ रहा है? की करना आ रहा? प्यार मारने वास्ते, बुराई करने दे लिया। समझा आ रहा? मूसा जी की कहंदे हो? वो दौड़े दौड़े जाते, वो कहंदे प्रभु हुण मैं की करा, इन्हां इसराइलियां दा मेरा जीना मुश्किल कीता पिया। परमेश्वर ने आख्या जा इन्हां नूं कह चुप जा हो के की हो जाओ, खड़े रहो, यहोवा दे काम नूं देखो। की कहा? इदा हो सकता भैनों भी पिछे थोड़े शेर भजा होवे ते तुहानू मूहरे कमलदीप कहा है खड़ जाओ, इत्थे ऐसे खड़ जाओ। परमेश्वर दे की देखो, तुसीं कहना बाजी तू खड़ ना खड़, मैं चली है तो पिछे कौन आता पिया? शेर। भी तू सानू कही जाना खड़ जाओ, इत्थे चुप हो जाओ। वो भुखा शेर भजा फिरदा आ। इसे तरह मूसा से ते खड़ा और किन्ने लोग लगभग चल 5 लाख मनो। उन्होंने मूसा की दुहाई पट दी होनी है, पर मूसा का भरोसा परमेश्वर ते सी। किते सीगा? परमेश्वर ते। वो जानदा सी कि परमेश्वर मेरे लिए काम करेगा। उन्हें आख्या प्रभु मैं की करा? और बाइबल दे विच लिखिया कि मैं कोलों नहीं पढ़दा, जल्दी आइए रो जल्दी दे नाल सूच दी किताब 12 दे विच लग गई। 12 ਦੇ ਜਿਹਨੂੰ ਮਿਲਦਾ ਪੜੀਏ 12 ਦੇ ਨਾਲ। ਸੌਰੀ 14 ਦਾ ਵਚਨ ਪੜ੍ਹ ਦਿਓ। ਉਹ 14 ਦਾ 14। ਯਹੋਵਾ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਨਹੀਂ ਰਹਿਣਾ। ਹਾਂ ਕਹਿੰਦਾ ਯਹੋਵਾ ਤੁਹਾਡੇ ਲਈ ਜੰਗ ਕਰੇਗਾ, ਤੁਸੀਂ ਕੀ ਰਹਿਣਾ? ਜਦੋਂ ਤੁਹਾਡੇ ਨਾਲ ਬੁਰਾਈ ਕਰਦਾ ਆਪਣੇ ਮੂੰਹ ਨੂੰ ਸੀ ਲਓ। ਕੀ ਕਰ ਲਓ ਬਈ? ਜਦੋਂ ਕੋਈ ਰਿਸ਼ਤੇਦਾਰ ਮਿੱਤਰ ਸੱਜਣ ਭੈਣ ਭਰਾ ਬੁਰਾਈ ਕਰਨ ਵਾਲਾ ਕੋਈ ਵੀ ਹੋ ਸਕਦਾ, ਘਰੋਂ ਵੀ ਹੋ ਸਕਦਾ, ਬੁਰਾਈ ਕਰਨ ਵਾਲਿਆਂ ਦਾ ਕੋਈ ਧਰਮ ਦੀਨ ਧਰਮ ਨਹੀਂ ਹੁੰਦਾ, ਤਾਂ ਮੂੰਹ ਕੀ ਕਰ ਲਓ? ਫਿਰ ਸੀਖੇ ਕਿੱਥੇ ਚਲੇ ਜਾਓ? ਪਰਮੇਸ਼ਰ ਦੀ ਸ਼ਰਨ 'ਚ ਚਲੇ ਜਾਓ। और फिर यहोवा कहेगा तू चुप कर, मैं लड़दा। मैं लड़दा जेड़ा तेरे नाल की करदा आ? बुराई करदा है। पर बाइबल च लिखिया जेड़ा धर्मी जन दे नाल बुराई करदा ओ यहोवा दी अख दी पुतली नूं छूंदा है। किहनूं छूंदा आ? जेड़ा परमेश्वर दे धर्मी जन दे नाल पंगे लैंदा ओ किहनूं छूंदा आ? अख दी पुतली नूं छूंदा। देखो तुहाडा किन्ना रिश्ता रब दे नाल। जशाया दे विच लिखिया परमेश्वर ने तुहानूं कित्थे चक्के होया? अपणियां हथेलियां ते। देखो एक काम, परमेश्वर तुहानूं शैतान दे हत्थों खो सकदा आ। अगे अशोक, शैतान परमेश्वर दे हत्थों तुहानूं नहीं खो सकदा। ध्यान सुनो, शैतान दे हत्थों परमेश्वर तुहानूं कढ सकदा आ, पर शैतान परमेश्वर दे हत्थों तुहानूं नहीं कढ सकदा। तुसीं सुरक्षित हो किहदे हत्थां? परमेश्वर दे। हाँ, जदों कि तुहाडे नाल बुराई करदा चुप कर दो। भावें सगा भरा आ भैन आ, बुराई जदों करदा है इंसान दी बुद्ध की हो जांदी है। मैं पहले तुहानूं दस चुकिया भाई,
ਕੋਈ ਵੀ ਚਾਹੇ ਪਾਦਰੀ ਵੀ ਬੁਰਾਈ ਕਰ ਦਿੰਦੇ ਆ ਕਦੇ ਕਦੇ। ਤਾਂ ਉਹਦੀ ਬੁੱਧ ਕੀ ਹੋ ਜਾਂਦੀ ਆ? ਪਾਦਰੀ ਦੀ ਹੋ ਸਕਦੀ ਬੁੱਧ ਭ੍ਰਿਸ਼ਟ, ਕਿਉਂਕਿ ਉਹ ਕਿਹੜਾ ਰੱਬ ਆ? ਬਸ ਤੁਸੀਂ ਇਹ ਸਮਝਣ, ਤੁਸੀਂ ਇਹ ਨਹੀਂ ਕਹਿਣਾ ਜੀ ਤੂੰ ਤਾਂ ਪਾਦਰੀ ਆ, ਤੂੰ ਬੁਰਾਈ ਕਿੱਦਾਂ ਕਰਦੀ ਛੋਟੀ ਭਾਈ, ਇਹ ਨਹੀਂ ਗੱਲ ਸਮਝ। ਅਸ਼ੋਕ ਇਹ ਨਹੀਂ ਸਮਝ ਭਾਈ ਕਮਲਦੀਪ, ਤੂੰ ਤਾਂ ਪਾਦਰੀ ਸੀ, ਤੂੰ ਕਿੱਦਾਂ ਕਰ ਦਿੱਤਾ? ਮੈਂ ਵੀ ਕੀ ਹਾਂ, ਮੈਂ ਵੀ ਡਿੱਗ ਸਕਦਾ। ਜੇ ਪਾਦਰੀ ਡਿੱਗ ਗਿਆ ਤੇ ਵਿਸ਼ਵਾਸੀਆਂ ਨੂੰ ਕੀ ਰਹਿਣਾ ਆ? ਖੜੇ ਰਹਿਣਾ, ਤਾਂ ਕਿ ਅਸੀਂ ਆਪਣੇ ਸਾਥੀ ਨੂੰ ਕੀ ਕਰ ਸਕੀਏ? ਚੁੱਕ ਸਕੀਏ। ਔਰ ਇਹਨਾਂ ਉਹ ਡਿੱਗ ਗਿਆ ਤੇ ਤੁਸੀਂ ਉੱਤੇ ਇੰਨਾ ਭਾਰ ਪਾ ਦਿਓ, ਇੰਨਾ ਭਾਰ ਪਾ ਦਿਓ, ਤੂੰ ਕਿੱਦਾਂ ਡਿੱਗ ਗਿਆ, ਉਹ ਤੂੰ ਕਿੱਦਾਂ ਡਿੱਗ ਗਿਆ, ਉਹ ਤੂੰ ਕਿੱਦਾਂ ਡਿੱਗ ਗਿਆ। ਇਹਨੂੰ ਡਿੱਗਣਾ ਨਹੀਂ ਚਾਹੀਦਾ। ਨਹੀਂ, ਉਹਨਾਂ ਦਾ ਕੋਈ ਗੱਲ ਨਹੀਂ ਬ੍ਰਦਰ, ਡਿੱਗ ਗਿਆ ਕੋਈ ਗੱਲ ਨਹੀਂ, ਆਓ ਆਪਾਂ ਰੱਬ ਅੱਗੇ ਕੀ ਮੰਗੀਏ? ਤੈਨੂੰ ਰੱਬ ਉਠਾਏਗਾ, ਮਦਦ ਕਰੇਗਾ। ਪਰ ਅਸੀਂ ਜਦੋਂ ਕੋਈ ਇਨਸਾਨ ਸਾਡੇ ਨਾਲ ਬੁਰਾਈ ਕਰਦਾ, ਅਸੀਂ ਕਹਿੰਦੇ ਉਹਨੇ ਕਰ ਕਿੱਦਾਂ ਸਿੱਟੀ, ਉਹਨੇ ਮੇਰੇ ਨਾਲ ਕੀਤਾ, ਮੈਂ ਛੱਡਣਾ ਨਹੀਂ। ਮਨੁੱਖ ਦੀ ਬੁੱਧੀ ਕਦੇ ਵੀ ਭ੍ਰਿਸ਼ਟ ਹੋ ਸਕਦੀ ਹੈ, ਪਰ ਜੇ ਸਾਡੇ ਵਿੱਚ ਮਸੀਹ ਦੀ ਬੁੱਧੀ ਕਾਇਮ ਹੈ ਤਾਂ ਅਸੀਂ ਕੀ ਰਹਾਂਗੇ? ਸਹੀ ਰਹਾਂਗੇ, ਨਹੀਂ ਤਾਂ ਅਸੀਂ ਵਿਗੜ ਜਾਵਾਂਗੇ। ਉਹ ਕਾਲੇ ਵਿਗੜ ਗਏ, ਉਹ ਕੁਰਾਹੇ ਪੈ ਗਏ, ਕੁਰਾਹੇ ਪੈ ਕੇ ਉਹਨਾਂ ਦੀ ਬੁੱਧ ਕੀ ਹੋ ਗਈ? ਭ੍ਰਿਸ਼ਟ ਹੋ ਗਈ। ਉਹ ਕਹਿੰਦਾ ਕੋਈ ਤਾਲਬ ਨਹੀਂ, ਕੋਈ ਪਰਮੇਸ਼ਰ ਦਾ ਕੀ ਨਹੀਂ ਹੈਗਾ। ਹੁਣ ਤੁਹਾਨੂੰ ਇੱਕ ਹੋਰ ਸੀਕ੍ਰੇਟ ਦੱਸਦਾ, ਤੇ ਲੋਕ ਤਾਂ ਬੁਰਾਈ ਕਰਦੇ ਆਪਸ ਵਿੱਚ, ਕਾਲੇ ਕਰਦੇ ਆਪਸ ਵਿੱਚ ਬੁਰਾਈ। ਦੱਸੋ ਵੀ ਅਮਨ ਸਿਆ, ਕਿਉਂਕਿ ਉਹ ਵਿਗੜੇ ਹੋਏ ਆ। ਕੀ ਹੈ ਜੀ? ਉਹ ਆਪਸ ਵਿੱਚ ਬੁਰਾਈ ਕਰ ਸਕਦੇ। ਪਰ ਤੁਸੀਂ ਔਰ ਮੈਂ ਕਿਉਂ ਕਰਦੇ ਆ? ਤੁਹਾਡੇ ਔਰ ਮੇਰੇ ਵਿੱਚ ਕੀ ਆ? ਜੇ ਹੈਗੀ ਤਾਂ ਫਿਰ ਕਿਉਂ ਲੜਦੇ ਆ? ਜੇ ਤੁਹਾਡੇ ਚ ਮੇਰੇ ਚ ਪਵਿੱਤਰ ਆਤਮਾ ਮਸੀਹ ਦੀ ਬੁੱਧ ਆ, ਤੇ ਫਿਰ ਮੈਂ ਕਿਉਂ ਇਸ ਗੱਲ ਨੂੰ ਨਹੀਂ ਸਮਝਦਾ ਕਿ ਉਹ ਬੰਦਾ ਜੇ ਮੇਰੇ ਨਾਲ ਬੁਰਾਈ ਕਰਦਾ, ਮੈਂ ਕਿਉਂ ਨਹੀਂ ਚੁੱਪ ਰਹਿੰਦਾ? ਮੈਨੂੰ ਇਸ ਗੱਲ ਤੇ ਕਿਉਂ ਨਹੀਂ ਲਗਾਮ ਚਾੜਨੀ ਚਾਹੀਦੀ ਆਪਣੇ ਮੂੰਹ ਦੇ ਉੱਤੇ ਕਿ ਜੇ ਮੇਰੇ ਭਰਾ ਨੇ ਮੇਰੀ ਪਿੱਠ ਉੱਤੇ ਬੁਰਾਈ ਕੀਤੀ, ਮੈਂ ਮੂੰਹ ਬੰਦ ਕਰ। ਮੈਂ ਪਿਛਲੇ ਦਿਨਾਂ 'ਚ ਬਹੁਤ ਗੱਲਾਂ ਪ੍ਰਭੂ ਕੋਲ ਸਿੱਖੀਆਂ। ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਜਰਿਆ, ਸਿਹਾ, ਔਰ ਅੱਜ ਵੀ ਸਹਿਨਾ। ਇਹੀ ਗੱਲ ਸਿੱਖੀ ਹੈ ਪ੍ਰਭੂ ਦੇ ਕੋਲੋਂ, ਕੀ ਰੱਖਣਾ ਹੈ? ਆਪਣਾ ਮੂੰਹ, ਆਪਣੀ ਸਫਾਈ ਨਹੀਂ ਦੇਣੀ। ਤੁਸੀਂ, ਤੁਹਾਡੀ ਲੜਾਈ ਪਰਮੇਸ਼ਰ ਲੜੇਗਾ ਜੇਕਰ ਤੁਸੀਂ ਰਾਈਟ ਹੋ, ਸਹੀ ਹੋ, ਇਮਾਨਦਾਰ ਹੋ, ਖੜੇ ਰਹੋ ਪ੍ਰਭੂ ਦੇ ਲਈ। ਜਿਵੇਂ ਮੂਸਾ ਨੇ ਕੀ ਕਿਹਾ ਸੀ ਪ੍ਰਜਾ ਨੂੰ, ਖੜੇ ਰਹੋ, ਯਹੋਵਾ ਦਾ ਕੀ ਦੇਖੋ, ਕੰਮ ਦੇਖੋ। ਕੋਈ ਨਹੀਂ ਬੋਲਣ ਦਿਓ ਜੋ ਬੋਲਦਾ ਤੁਹਾਡੇ ਬਾਰੇ। ਤੁਸੀਂ ਸਹੀ ਆ, ਖੜੇ ਰਹੋ, ਖੜੇ ਰਹੋ। ਪਰਮੇਸ਼ਰ ਤੁਹਾਨੂੰ ਸਹੀ ਕੀ ਲਿਖਿਆ? ਬੁਰਾਈ ਦੇ ਵੱਟੇ ਕਿਸੇ ਨਾਲ ਕੀ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ, ਉਹਨਾਂ ਦਾ ਧਿਆਨ ਕਰੋ। ਸਮਾਜ ਵੀ ਜਾਣਦਾ ਇਸ ਗੱਲ ਨੂੰ। ਇਸ ਗੱਲ ਨੂੰ ਬਈ, ਜਿੱਦਾਂ ਮੰਨ ਲਓ ਅਮਨ ਤੇ ਅਮਨ ਦਾ ਭਰਾ ਲੜ ਪਏ। ਅਮਨ ਦੇ ਭਰਾ ਨੇ ਅਮਨ ਦੇ ਜੋਰ ਨਾਲ ਸੋਟੀ ਮਾਰੀ, ਔਰ ਅਮਨ ਮੋਰਿਓ ਕਿਰਪਾਨ ਲੈ ਕੇ ਆਇਆ, ਉਹਦਾ ਹੱਥ ਵੱਢ ਛੱਡਿਆ। ਕੀ ਵੱਢ ਦਿੱਤਾ? ਸਮਾਜ ਕੀ ਕਹਿੰਦਾ ਫਿਰ? ਇੱਥੇ ਕੀ ਲਿਖਿਆ? ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਕੀਆਂ, ਪੜੋ ਕੀ ਧਿਆਨ ਕੋ। ਸਮਾਜ ਕੀ ਕਹੇਗਾ? ਯਾਰ ਇਹਦਾ ਭਰਾ ਤਾਂ ਸਦਾਈ ਸੀ, ਅਮਨ ਵੀ ਸਦਾਈ ਸੀਗਾ। ਸਮਝ ਰੱਖਿਆ ਸਮਾਜ ਕੀ ਕਹੇਗਾ? ਕਹਿੰਦਾ ਜਿਹੜੀਆਂ ਗੱਲਾਂ ਸੰਸਾਰ ਦੇ ਭਾਣੇ ਕੀਆਂ ਚੰਗੀਆਂ, ਉਹਨਾਂ ਦਾ ਕੀ ਰੱਖੋ। ਹਾਂ, ਜੇ ਮੰਨ ਲਓ ਤੁਹਾਡਾ ਭਰਾ ਲੜਦਾ, ਜੇ ਤੁਸੀਂ ਚੁੱਪ ਰਹੇ, ਉਹਨੇ ਆਖਣਾ ਯਾਰ ਇਹ ਬੰਦਾ ਬੜਾ ਚੰਗਾ। ਕਿਹਨੇ ਕਹਿਣਾ? ਸਮਾਜ ਨੇ। ਸੁਣੋ ਧਿਆਨ ਨਾਲ। ਕਈ ਵਾਰ ਕੀ ਹੁੰਦਾ, ਦੂਜਾ ਬੰਦਾ ਤਾਂ ਗੁੱਸੇ ਆਇਆ, ਉਹ ਗੁੱਸੇ ਵਿੱਚ ਤੁਹਾਨੂੰ ਵੀ ਸਮਾਜ ਵਿੱਚ ਬੁਰਾ ਬਣਾ ਦਿੰਦਾ। ਉਹ ਤਾਂ ਬੁਰਾ ਹੁੰਦਾ ਹੀ ਹੁੰਦਾ ਆ, ਕਿਉਂਕਿ ਉਹਨੇ ਤੁਹਾਡੇ ਨਾਲ ਬੁਰਾਈ ਕੀਤੀ, ਸਮਾਜ ਨੂੰ ਪਤਾ ਲੱਗ ਗਿਆ, ਔਰ ਤੁਸੀਂ ਵੀ ਕੀ ਕਰ ਦਿੱਤੀ ਉਹਦੇ ਨਾਲ? ਉਹਨੇ ਆਖਿਆ ਯਾਰ ਇਹ ਦੋਨੇ ਇੱਕੋ ਜਿਹੇ, ਨਾ ਉਹ ਚੰਗਾ ਨਾ ਇਹ ਚੰਗਾ। ਕੌਣ ਕਹੇਗਾ? ਦੁਨੀਆ ਦੇ ਲੋਕ ਤੁਹਾਨੂੰ ਕਹਿਣਗੇ। ਪਰ ਜੇ ਕਿਸੇ ਥਰਡ ਪਰਸਨ ਨੇ ਤੁਹਾਡੇ ਨਾਲ ਬੁਰਾਈ ਕੀਤੀ, ਤੁਸੀਂ ਸਾਇਲੈਂਟ ਆ, ਤਾਂ ਆਟੋਮੈਟਿਕਲੀ ਕੌਣ ਬੋਲੇਗਾ? ਪਰਮੇਸ਼ਰ ਵੀ ਬੋਲੇਗਾ। ਹੋਰ ਕੌਣ ਬੋਲੇਗਾ? ਸਮਾਜ ਵੀ ਬੋਲੇਗਾ। ਤਾਂ ਕਹੇਗਾ ਯਾਰ ਇਹ ਬੰਦਾ ਚੰਗਾ, ਉਹ ਵਾਕਈ ਯਾਰ ਬੜੇ ਬੰਦੇ ਨੇ, ਕੰਮੇ ਬੰਦੇ। ਪਰ ਅਸੀਂ ਕੀ ਕਰ ਦਿੰਦੇ ਆ ਗੁੱਸੇ 'ਚ ਆ ਗਏ? ਉਹਨੇ ਤਾਂ ਬੁਰਾਈ ਕੀਤੀ ਹੁੰਦੀ ਹੈ। ਜਿੱਦਾਂ ਹੁਣ ਦੇਖੋ ਵੀ, ਆਦਮ ਨੇ ਥੋੜੀ ਪਾਪ ਕੀਤਾ ਸੀ। ਥੋੜੀ ਜਿਹਾ ਪਾਪ ਕਿਹਨੇ ਕੀਤਾ ਸੀ? ਹਵਾ ਨੇ। ਆਦਮ ਤਾਂ ਬਹਿ ਗਿਆ ਹੀ ਨਹੀਂ ਪਾਪ 'ਚ। ਨਾ ਆਦਮ ਨੂੰ ਸੱਪ ਨੇ ਫਲ ਖਿਲਾਇਆ, ਪੈਣ ਸੱਪ ਨੂੰ ਫਲ ਕੇ ਨੇ, ਆਦਮ ਨੂੰ ਫਲ ਕੇ ਨਿਕਲਾਇਆ ਸੀ।
ਇੱਥੇ ਸਮਝ ਨਹੀਂ ਆ ਗੱਲ। ਆਦਮ ਐਵੇਂ ਨਹੀਂ ਘੇਰਿਆ, ਐਵੇਂ ਨਹੀਂ ਆਦਮ ਦਾ ਨਾਮ ਬਦਨਾਮ ਹੋਇਆ। ਹਵਾ ਨੇ ਤਾਂ ਖਾਲੀ ਗਲਤੀ ਕਰ ਲਈ। ਉਹ ਦੌੜਾਇਆ, ਉਹਨੇ ਆਖਿਆ ਹਵਾ ਕੀ ਖਾਂਦੀ ਆ ਤੂੰ? ਉਹਨੇ ਆਖਿਆ ਜਿਹੜਾ ਫਲ ਰੱਬ ਨੇ ਖਾਣ ਨੂੰ ਮਨਾ ਕੀਤਾ ਸੀ ਮੈਂ ਤੋੜ ਕੇ ਖਾਧਾ, ਬੜਾ ਹੀ ਸਵਾਦ। ਉਹਨੇ ਉਹਨੂੰ ਡਾਂਟਿਆ ਹੀ ਨਹੀਂ, ਉਹਨੇ ਉਹਨੂੰ ਕਿਹਾ ਹੀ ਨਹੀਂ ਵੀ ਤੂੰ ਕੀ ਕੀਤਾ, ਇਹ ਤਾਂ ਖੁਦਾ ਨੇ ਮਨਾ ਕੀਤਾ ਸੀ। ਉਹਨੇ ਆਖਿਆ ਪ੍ਰੇਮੀ ਮੈਂ ਤਾਂ ਖਾਧਾ, ਹੁਣ ਤੁਸੀਂ ਵੀ ਖਾ ਲਓ। ਉਹਨੇ ਕੀ ਆਖਿਆ ਜਿੱਥੇ ਤੂੰ ਮਰੇਗੀ ਉੱਥੇ ਲਿਆਓ ਜੀ। ਐਂ ਸਮਝ ਲੱਗ ਰਹੀ ਹੈ ਤੁਹਾਨੂੰ? ਸਮਝ ਲੱਗ ਰਹੀ ਭੈਣ? ਇਹ ਮੈਂ ਸਮਝਾ ਰਿਹਾ। ਆਦਮ ਨੇ ਨਹੀਂ ਫਲ ਖਾਧਾ ਸੀ। ਪਹਿਲਾ ਫਲ ਕਿਹਨੇ ਖਾਧਾ? ਹਵਾ ਨੇ ਹਵਾ ਤਾਂ ਡਿੱਗੀ ਵਿਚਾਰੀ, ਉਹ ਤਾਂ ਗੁਨਾਹ ਕਰ ਗਈ, ਪਰ ਆਦਮ ਨੇ ਉਹਦੇ ਮਗਰ ਲੱਗ ਕੇ ਖਾਧਾ। ਕਦੇ ਕਦੇ ਅਸੀਂ ਕਿੱਦਾਂ ਬੁਰਾਈ ਕਰਦੇ ਹਾਂ? ਮੋਰੇ ਬੰਦੇ ਤਾਂ ਬੁਰਾਈ ਕੀਤੀ ਹੁੰਦੀ, ਸਾਡੀਆਂ ਅੱਖਾਂ ਤੇ ਵੀ ਪਰਦਾ ਪੈ ਜਾਂਦਾ, ਔਰ ਅਸੀਂ ਵੀ ਰਲ ਕੇ ਕੀ ਕਰ ਦਿੰਦੇ ਭਾਜੀ? ਉਹਨੇ ਆਖਿਆ ਤੂੰ ਮੇਰੇ ਇੱਕ ਮਾਰੀ, ਮੈਂ ਨਹੀਂ ਤੈਨੂੰ ਛੱਡਣ, ਚੱਲ ਤੈਨੂੰ ਜੇਲ੍ਹਾਂ 'ਚ ਸੇਲ ਕਰਾਵਾਂ। ਫਿਰ ਕੀ ਹੁੰਦਾ ਬਈ? ਪਰਮੇਸ਼ਰ ਦੇ ਨਾਮ ਦੀ ਬਦਨਾਮੀ ਹੁੰਦੀ ਹੈ, ਔਰ ਸਮਾਜ ਕੀ ਕਰਦਾ ਆ? ਤੂੰ ਤਾਂ ਸਮਝਦੇ ਆ ਸਹੀ ਹੈ, ਆ ਮਸੀਹੀ ਹੁੰਦੇ ਆ। ਫਿਰ ਮੇਰੇ ਦੁਆਰਾ ਪਰਮੇਸ਼ਰ ਦੀ ਕੀ ਹੁੰਦੀ ਹੈ? ਬਦਨਾਮੀ। ਇਸ ਤੋਂ ਪਹਿਲਾਂ ਕਿ ਮੇਰੇ ਜੀਵਨ ਦੁਆਰਾ ਪਰਮੇਸ਼ਰ ਦੀ ਬਦਨਾਮੀ ਹੋਵੇ, ਜੇ ਕੋਈ ਥਰਡ ਪਰਸਨ ਤੁਹਾਡੇ ਨਾਲ, ਭਾਵੇਂ ਤੁਹਾਡੀ ਮਾਂ ਕਿਉਂ ਨਹੀਂ ਹੈਗੀ, ਸੁਣ ਲਓ, ਫਿਰ ਭਰਾ ਕਿਉਂ ਨਹੀਂ ਸਕਾ, ਭੈਣ ਕਿਉਂ ਨਹੀਂ ਸਕੀ, ਤੁਸੀਂ ਚੁੱਪ ਹੋ ਜਾਓ। ਕਿਹਨੂੰ ਕੰਮ ਕਰਦੇ ਹੋ? ਕਿਹਨੂੰ ਕੰਮ ਕਰਦੇ ਹੋ? ਅਮਸਿਆ ਕਿਹਨੂੰ ਕੰਮ ਕਰ ਦੇਣਾ? ਪਰਮੇਸ਼ਰ ਨੂੰ ਕੰਮ ਕਰ ਦੇਣਾ। ਜੇ ਤੁਸੀਂ ਰੱਬ ਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੰਦੇ, ਜੋ ਕੰਮ ਆਦਮ ਨੇ ਕੀਤਾ ਉਹ ਕੰਮ ਤੁਹਾਡੇ ਤੋਂ ਵੀ ਹੋਗਾ। ਸੰਦੀਪ ਸਿੰਘ ਸਮਝ ਲੱਗ ਰਹੀ? ਆਦਮ ਨੇ ਕਿਹਦੇ ਮਗਰ ਲਾ ਕੇ ਫਲ ਖਾਧਾ? ਸ਼ੈਤਾਨ ਕਿਹਨਾਂ ਵਿੱਚ ਹੀ ਆਉਂਦਾ? ਮਨੁੱਖਾਂ ਵਿੱਚ ਹੀ ਹੋ ਕੇ ਉਹ ਕੀ ਕਰਦਾ? ਬੰਦਿਆਂ ਨੂੰ ਤੁਸੀਂ ਉਹਦੇ ਪ੍ਰਭਾਵਿਆਂ ਤੋਂ ਕੀ ਕਰਨਾ ਆ? ਬਚਣਾ। ਮੇਰਾ ਟਾਈਮ ਘੱਟ ਰਹਿ ਗਿਆ, ਜਲਦੀ ਮੈਂ ਚੈਪਟਰ ਬੰਦ ਕਰਨਾ। ਹੋ ਸਕੇ ਤਾਂ ਕਹਿੰਦਾ ਆਪਣੀ ਬਾਂਹ ਲੱਗਦੇ ਸਾਰੇ ਮਨੁੱਖਾਂ ਨਾਲ ਕੀ ਰੱਖੋ? ਮੇਲ ਰੱਖੋ। ਸਾਰੇ ਪਿੰਡ 'ਚ ਤਾਂ ਕਹਿ ਸਕਦੇ ਹੋ ਤੁਸੀਂ, ਅੱਖਾਂ ਮਿਟ ਗਈ ਯਾਰ ਮੇਰੀ ਪਿੰਡ 'ਚ ਕਿਸੇ ਨਾਲ ਦੁਸ਼ਮਣੀ ਨਹੀਂ। ਮੈਂ ਪਿੰਡ 'ਚ ਇਦਾਂ ਦਾ ਕੋਈ ਬੰਦਾ ਨਹੀਂ ਜਿਹਨੂੰ ਨਹੀਂ ਬੁਲਾਉਂਦਾ। ਬਹੁਤ ਘੱਟ ਰੇਅਰ ਲੋਕ ਮਿਲਣਗੇ ਪਰ ਜਿਹੜੇ ਦਾ ਹੱਥ ਕੱਢ ਕੇ ਕਿਹੜਾ ਕਹਿ ਸਕਣ ਜੀ ਸਾਡੀ ਪਿੰਡ 'ਚ ਕਿਸੇ ਨਾਲ ਵੀ ਲਾਗ ਡਾਟ ਨਾ, ਅਸੀਂ ਕਿਸੇ ਨਾਲ ਕੋਈ ਬੈਰ ਗਮਾਉਂਦੇ। ਕਿਤੇ ਬਾਈਬਲ 'ਚ ਲਿਖਿਆ ਹੋ ਸਕੇ ਤਾਂ ਕਹਿੰਦਾ ਹੇ ਪਿਆਰਿਓ, ਕੀ ਕਹਿੰਦਾ? ਜੇ ਹੋ ਸਕੇ ਤਾਂ ਆਪਣੀ ਬਾਂਹ ਲੱਗਦੇ ਸਾਰੇ ਮਨੁੱਖਾਂ ਨਾਲ ਕੀ ਰੱਖੋ? ਰਿਸ਼ਤੇਦਾਰਾਂ 'ਚ ਕਿਸੇ ਨਾਲ ਤਾਂ ਨਹੀਂ ਲੜਾਈ, ਮਿੱਤਰਾਂ ਸੱਜਣਾਂ 'ਚ ਤਾਂ ਨਹੀਂ ਕਿਸੇ ਨਾਲ ਲੜਾਈ। ਵਿਸ਼ਵਾਸੀਆਂ ਦੇ ਦੁਸ਼ਮਣ ਇਨਸਾਨ ਔਰਤਾਂ ਨਹੀਂ ਹੈਗੇ। ਵਿਸ਼ਵਾਸੀਆਂ ਦੇ ਦੁਸ਼ਮਣ ਕੌਣ ਹੈ ਭੈਣ? ਵਿਸ਼ਵਾਸੀਆਂ ਦਾ ਦੁਸ਼ਮਣ ਕੌਣ ਹੈ ਦੱਸੋ ਬਈ? ਮੈਂ ਇੱਕ ਸੇਵਕ ਨੂੰ ਪੁੱਛਿਆ, ਮੈਂ ਬੜਾ ਭਾਵਿਕ ਹੋ ਗਿਆ। ਭਾਵੁਕ ਹੋ ਕੇ ਮੈਂ ਕਿਹਾ ਭਾਜੀ ਉਦਾਹਰਨ ਦੇ ਰਿਹਾ, ਕਿਸੇ ਮੈਂ ਸੇਵਕ ਨਾਲ ਗੱਲ ਕਰਦਾ ਸੀ, ਮੈਂ ਕਿਹਾ ਯਾਰ ਤੂੰ ਵੀ ਵਿਸ਼ਵਾਸੀ, ਉਹ ਵੀ ਵਿਸ਼ਵਾਸੀ, ਤੂੰ ਵੀ ਵਿਸ਼ਵਾਸੀ, ਉਹ ਵੀ ਇਹ ਵਿਸ਼ਵਾਸ ਕਰਦੇ ਆ ਕਿ ਅਸੀਂ ਕਿੱਥੇ ਜਾਣਾ, ਤੇ ਤੂੰ ਵੀ ਕੀ ਕਰਦਾ ਆ? ਤੇ ਭਾਜੀ ਇੱਥੇ ਲੜਾਈ ਕਾਹਦੀ? ਚਲੋ ਆਪਾਂ ਚੱਲੀਏ ਔਰ ਆਪਾਂ ਕਹੀਏ ਆਪਾਂ ਕੀ ਕਿਹੜਾ ਹੱਥ ਵਧਾਈਏ? ਮੇਲ ਬਣਾਵਾ। ਉਹ ਕਹਿੰਦਾ ਜ਼ਮੀਨ ਅਸਮਾਨ ਇੱਧਰ ਹੋ ਗਿਆ। ਮੈਂ ਦੂਜੇ ਧਿਰ ਕੋਲ ਗਿਆ, ਮੈਂ ਕਿਹਾ ਜੀ ਕਾਹਦੀ ਲੜਾਈ, ਆਪਾਂ ਕਿੱਥੇ ਜਾਣਾ ਆ? ਉਹ ਕਹਿੰਦੇ ਜ਼ਮੀਨ ਅਸਮਾਨ ਕੀ ਹੋ ਜਾਏ, ਇਹ ਗੱਲ ਨਹੀਂ ਬਣ ਸਕਦੀ। ਉਹਨੂੰ ਕਹਿੰਦਾ ਉਹ ਨਹੀਂ ਬਦਲ ਸਕਦਾ, ਉਹ ਉਹਨੂੰ ਕਹਿੰਦਾ ਉਹ ਨਹੀਂ ਬਦਲ ਸਕਦਾ। ਮੈਂ ਕਿਹਾ ਹੇ ਰੱਬਾ, ਤੇ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਭਾਜੀ ਉਹਨੀ ਵੀ ਸਵਰਗ ਜਾਣਾ,
ਤੁਸੀਂ ਵੀ ਜਾਣਾ। ਉੱਥੇ ਕੀ ਕਰੋਗੇ ਤੁਸੀਂ? ਉੱਥੇ ਤੁਹਾਡੀ ਬਣ ਜਾਊਗੀ, ਉੱਥੇ ਤੁਸੀਂ ਕਿੱਦਾਂ ਰਹੋਗੇ? ਸਮਝ ਲੱਗ ਰਹੀ ਤੁਹਾਨੂੰ? ਵੀ ਉਹਨੇ ਵੀ ਜਾਣਾ ਤੇ ਇਦਾਂ ਨਾ ਕਿਉਂ ਪ੍ਰਭੂ ਇਹਦਾ ਕਮਰਾ ਲੱਗ ਤੇ ਮੇਰਾ। ਚਾਹੇ ਇੱਕ ਸੇਵਕ ਧਿਆਨ ਰੱਖੋ, ਚਾਹੇ ਇੱਕ ਵਿਸ਼ਵਾਸੀ ਹੈ, ਉਹਨਾਂ ਨੂੰ ਆਪਸ ਵਿੱਚ ਕੀ ਰੱਖਣਾ ਆ? ਮੇਲ ਮਿਲਾਪ। ਦੇਖੋ ਲਾਸਟ ਇਹ ਅਧਿਆਇ ਆ ਬੜਾ ਹੀ ਪਿਆਰਾ, ਕਹਿੰਦਾ ਇਹ ਪਿਆਰਿਓ ਜੇ ਹੋ ਸਕੇ ਤਾਂ, ਔਰ ਸਿੱਧਾ ਨਹੀਂ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਕਰੋ, ਪਰ ਉਹਨਾਂ ਅੱਗੇ ਕੀ ਕਰਦਾ ਹੋ? ਹੰਬਲਤਾ ਨਾਲ। ਉਹ ਕੀ ਕਹਿੰਦਾ ਤੁਹਾਡੀ ਜੇ ਹੋ ਸਕੇ ਤਾਂ ਕੀ ਕਰੋ? ਮੈਂ ਕੀ ਕਰ ਸਕਦਾ? ਮਸੀਹੀ ਜੀਵਨ 'ਚ ਮੈਨੂੰ ਕਿਉਂ ਪ੍ਰਭੂ ਨੇ ਬੁਲਾਇਆ? ਪਰ ਅਸੀਂ ਕਿਹੜੀ ਗੱਲਾਂ 'ਚ ਪਏ ਹੋਏ? ਅਸੀਂ ਕੀ ਕਰਦੇ ਪਏ ਆਪਸ ਵਿੱਚ? ਇਸ ਕਰਕੇ ਅੱਜ ਇੰਨਾ ਰੌਲਾ ਸਮਾਜ ਵੱਲੋਂ ਨਹੀਂ ਜਿੰਨਾ ਰੌਲਾ ਕਲੀਸਿਆ ਦੇ ਅੰਦਰ ਹੀ ਹੈ। ਕਿੱਥੇ ਗੜਬੜੀ ਆ? ਇਨ ਆਊਟ ਨਹੀਂ, ਇਨਸਾਈਡ, ਅੰਦਰ। ਇਸ ਅੰਦਰਲੀ ਪਹਿਲਾਂ ਪ੍ਰੋਬਲਮ ਨੂੰ ਕੀ ਕਰਨਾ ਸ਼ੁਰੂ ਕੀ ਆਪਾਂ ਹੱਲ ਕਰਨਾ। ਔਰ ਫਿਰ ਅੱਗੇ ਲਿਖਿਆ ਇਹ ਪਿਆਰਿਓ ਆਪਣਾ ਬਦਲਾ ਨਾ ਲਓ, ਕ੍ਰੋਧ ਨੂੰ ਜਾਣ ਦਿਓ, ਕਿਉਂ ਜੋ ਲਿਖਿਆ ਹੋਇਆ ਹੈ ਪ੍ਰਭੂ ਆਖਦਾ ਹੈ ਮੈਂ ਹੀ ਕੀ ਲਵਾਂਗਾ? ਬਦਲਾ ਲਵਾਂਗਾ, ਮੇਰਾ ਕੰਮ ਹੈ, ਮੈਂ ਹੀ ਕੀ ਲਵਾਂਗਾ? ਬੱਟਾ ਲਵਾਂ। ਤੁਸੀਂ ਬੱਟੇ ਨਹੀਂ ਲੈਣੇ, ਤੁਸੀਂ ਬਦਲੇ ਨਹੀਂ ਲੈਣੇ, ਤੁਸੀਂ ਬਦਲੇ ਦੀ ਭਾਵਨਾ ਨਹੀਂ ਰੱਖਣੀ, ਤੁਸੀਂ ਕਿਸੇ ਨਾਲ ਬੈਰ ਨਹੀਂ ਕਰਨਾ, ਕਿਉਂਕਿ ਤੁਹਾਨੂੰ ਇਸ ਕੰਮ ਦੇ ਲਈ ਪ੍ਰਭੂ ਨੇ ਬੁਲਾਇਆ ਨਹੀਂ ਹੈਗਾ। ਤੁਸੀਂ ਇਸ ਕੰਮ ਦੇ ਲਈ ਨਹੀਂ ਬੁਲਾਏ ਗਏ ਆ। ਪੌਲਸ ਕਹਿੰਦਾ ਆਪਣੇ ਬੁਲਾਏ ਜਾਣ ਉੱਤੇ ਕੀ ਕਰੋ? ਤੁਹਾਨੂੰ ਇਸ ਕੰਮ ਲਈ ਨਹੀਂ ਬੁਲਾਇਆ ਪ੍ਰਭੂ ਨੇ। ਤੁਹਾਨੂੰ ਬਦਲੇ ਬੱਟੇ ਲੈਣ ਲਈ ਪ੍ਰਭੂ ਨੇ ਨਹੀਂ ਬੁਲਾਇਆ। ਤੁਹਾਨੂੰ ਪ੍ਰਭੂ ਨੇ ਕਿਉਂ ਚੁਣਿਆ? ਉਹ ਕਹਿੰਦਾ ਮੇਰਾ ਕੰਮ ਹੈ ਬੱਟਾ ਲੈ। ਜਦੋਂ ਯਿਸੂ ਮਸੀਹ ਨੂੰ ਫੜਿਆ ਗਿਆ, ਪਤਰਸ ਨੇ ਕਿਰਪਾਨ ਕੱਢੀ ਤੇ ਜ਼ੋਰ ਨਾਲ ਮਾਰੀ, ਸਿਪਾਹੀ ਦਾ ਕੰਨ ਵੱਢ ਸਕਿਆ। ਪ੍ਰਭੂ ਨੇ ਆਖਿਆ ਪਤਰਸ ਆਪਣੀ ਤਲਵਾਰ ਨੀਵੀਂ ਕਰ ਲਾ, ਇਹਨੂੰ ਮਿਆਨ ਚ ਪਾ ਲਾ। ਇੱਥੇ ਤਲਵਾਰਾਂ ਦੀ ਕੋਈ ਮੈਂ ਹੁਕਮ ਦਿਆਂ ਹੁਣੇ ਦੂਤਾਂ ਦੀਆਂ ਡਾਰਾਂ ਇੱਥੇ ਆ ਜਾਣਗੀਆਂ, ਸਭ ਕੁਝ ਹੜਾ ਛੱਡਣਗੀਆਂ। ਮੇਰਾ ਰਾਜ ਇਸ ਧਰਤੀ ਦਾ ਨਹੀਂ। ਪਤਰਸ ਆਪਣੀ ਤਲਵਾਰ ਕਾਹਦੇ ਵਿੱਚ ਰੱਖ? ਯਿਸੂ ਨੇ ਉਸ ਸਿਪਾਹੀ ਦਾ ਕੰਨ ਚੱਕਿਆ, ਵੱਢਿਆ ਹੋਇਆ, ਔਰ ਉਹਨੂੰ ਕੀ ਕਰ ਦਿੱਤਾ? ਜੋੜ ਦਿੱਤਾ। ਵਿਸ਼ਵਾਸੀਆਂ ਨੂੰ ਲੜਨ ਦੇ ਲਈ ਨਹੀਂ ਬੁਲਾਇਆ। ਜੇ ਤੁਸੀਂ ਔਰ ਮੈਂ ਲੜਦੇ ਹਾਂ, ਧਿਆਨ ਨਾਲ ਰੱਖਣਾ, ਜੇ ਤੁਸੀਂ ਔਰ ਮੈਂ ਲੜਦੇ ਹਾਂ ਤੇ ਜ਼ਰੂਰ ਮੇਰੇ ਆਤਮਿਕ ਜੀਵਨ 'ਚ ਗੜਬੜ ਹੈ। ਭਾਵੇਂ ਡੇਲੀ ਪ੍ਰਾਰਥਨਾ ਕਰਦੇ ਆ ਤੁਸੀਂ, ਭਾਵੇਂ ਰੈਗੂਲਰ ਹੀ ਸੰਡੇ ਆਉਂਦੇ ਆ ਤੁਸੀਂ, ਭਾਵੇਂ ਤੁਸੀਂ ਬਹੁਤ ਉੱਚੀ ਉੱਚੀ ਗੀਤ ਗਾਉਂਦੇ ਆ, ਹੌਲੀ ਗਾਉਂਦੇ ਆ, ਜੇਕਰ ਮੇਰੇ ਅੰਦਰ ਵਿਰੋਧਾਭਾਸ ਆਤਮਾ ਕੰਮ ਕਰਦਾ ਹੈ ਤਾਂ ਮੇਰੇ ਆਤਮਿਕ ਜੀਵਨ 'ਚ ਕਿਤੇ ਨਾ ਕਿਤੇ ਕੀ ਹੈ? ਫਿਰ ਕਿਤੇ ਨਾ ਕਿਤੇ ਮੇਰਾ ਲੋਗੋ ਜਿਹੜਾ ਆ, ਮੇਰੇ ਜਿਹੜਾ ਸਟੇਟਸ ਹੈ ਉਹ ਮੈਨੂੰ ਤੰਗ ਕਰਦਾ ਪਿਆ। ਉਹ ਮੈਨੂੰ ਝੁਕਣ ਦੇ ਲਈ ਕੀ ਕਰਦਾ ਪਿਆ? ਤੁਹਾਨੂੰ ਮਾਫੀ ਮੰਗਣ ਲਈ ਕੀ ਕਰਦਾ ਪਿਆ? ਕਿਸੇ ਨੇ ਆਖਿਆ ਤਲਵਾਰ ਨਾਲ ਚੱਕ ਕੇ ਯੁੱਧ ਲੜਨਾ ਬੜਾ ਸੌਖਾ ਆ, ਪਰ ਕਿਸੇ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗਣੀ ਇਹ ਯੁੱਧ ਨਾਲੋਂ ਜਿੱਤਣ ਨਾਲੋਂ ਵੀ ਔਖਾ ਕੰਮ। ਤਲਵਾਰਾਂ ਨਾਲ ਯੁੱਧ ਖਤਮ ਨਹੀਂ ਹੁੰਦੇ। ਆ ਖੜੇ ਹੋ ਕੇ ਮਾਫੀ ਮੰਗ ਲਓ, ਯੁੱਧ ਸਮਾਪਤ ਹੋ ਜਾਂਦੇ। ਤਲਵਾਰਾਂ ਨਾਲ ਕਦੇ ਯੁੱਧ ਨਹੀਂ ਖਤਮ ਹੋਏ ਭਾਜੀ। ਕਿੱਦਾਂ ਹੁੰਦੇ ਆ? ਜਦੋਂ ਰਾਜੇ ਯੁੱਧ ਲੜਦੇ ਸੀ ਤਾਂ ਉਹ ਕੀ ਕਰਦੇ ਸੀ? ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਹਾਰਦੇ ਆ, ਉਹ ਕਹਿੰਦੇ ਸੀ ਕਿ ਤੋਂ ਪਹਿਲਾਂ ਕਿ ਸਾਰੇ ਮਰ ਜਾਣ, ਉਹ ਰਾਜੇ ਨੂੰ ਸੁਨੇਹਾ ਭੇਜਦੇ ਸੀ। ਉਹ ਕਹਿੰਦੇ ਅਸੀਂ ਆਪਣੇ ਹਥਿਆਰ ਸਿੱਟ ਦਿੱਤੇ ਆ ਜੀ, ਆ ਜਾਓ ਹੁਣ ਤੁਹਾਡਾ ਰਾਜ ਆ ਸਾਡੇ। ਯੂਕਰੇਨ ਤੇ ਰੂਸ ਦੀ ਲੜਾਈ ਇਸੇ ਕਰਕੇ ਕਿ ਯੂਕਰੇਨ ਝੁਕਦਾ ਨਹੀਂ ਤੇ ਰੂਸ ਕਹਿੰਦਾ ਮੈਂ ਫਟਣਾ ਨਹੀਂ, ਔਰ ਉਹਦੇ ਪਿੱਛੇ ਸਪੋਰਟ ਯੂਕਰੇਨ ਨੂੰ ਦੂਜੇ ਸਟੇਟਸ ਕੰਟਰੀਆਂ ਦਿੰਦੀ ਸਪੋਰਟ। ਯੂਕਰੇਨ ਅੱਗੇ ਖੜਾ ਆ ਤੇ ਰੂਸ ਲੜਾਈ ਕਰ ਰਿਹਾ। ਜੇ ਉਹ ਝੁਕ ਜਾਣ ਤਾਂ ਲੜਾਈ। ਪਰ ਹਰੇਕ ਦੇ ਅੰਦਰ ਕੀ ਆ? ਸਟੇਟਸ, ਲੋਗੋ।
ਉਹ ਕਹਿੰਦਾ ਮੈਂ ਨਾ ਝੁਕਾਂਗਾ ਤੇ ਨਾ ਤੈਨੂੰ ਝੁਕਣ ਤੇ ਸਾਰੇ ਲੋਕਾਂ ਦਾ ਕੀ ਹੋ ਗਿਆ ਉੱਥੇ? ਨਾਸ਼ ਹੋ ਗਿਆ। ਪਿੰਡਾਂ ਦੇ ਪਿੰਡ ਤਬਾਹ ਹੋ ਗਏ, ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਗਏ। ਔਰ ਇਹਦੇ ਪਿੱਛੇ ਕੀ ਹੈ? ਮੇਰਾ ਕਿਤੇ ਨਾ ਕਿਤੇ ਮੈਂ ਕੰਮ ਕਰਦੀ। ਕੀ ਕਰਦੀ ਭਾਜੀ? ਸਮਝ ਲੱਗ ਰਹੀ ਹੈ? ਔਰ ਕੀ ਕਹਿੰਦਾ? ਆਪਣਾ ਬਦਲਾ ਨਾ ਲਓ, ਪਰਮੇਸ਼ਰ ਨੂੰ ਲੈਣ ਦਿਓ। ਬੱਟਾ ਲੈਣਾ ਮੇਰਾ ਕੰਮ। ਲਾਸਟ ਜਲਦੀ ਜਲਦੀ ਕਹਿੰਦਾ ਜੇ ਤੇਰਾ ਬੈਰੀ ਕੀ ਹੋਵੇ? ਭੁੱਖਾ ਹੋਵੇ, ਉਹਨੂੰ ਕੀ ਕਰ? ਵਾਹ ਮੰਨ ਲਓ ਇੱਕ ਬੰਦੇ ਨੇ ਕਿਸੇ ਦੀ ਲੱਤ ਵੱਢ ਦਿੱਤੀ, ਉਹ ਬੰਦਾ ਭੁੱਖਾ ਉਹਨਾਂ ਦੇ ਘਰੋਂ ਡਿੱਗ ਗਿਆ। ਸਾਈਕਲ ਚਲਾਉਂਦਾ ਸੀ ਭੈਣ, ਔਰ ਜਿਹਦੇ ਘਰ ਮੂਹਰੇ ਡਿੱਗਿਆ ਉਹਦੀ ਲੱਤ ਵੱਢੀ ਸੀ ਉਸ ਬੰਦੇ ਨੇ ਜਿਹੜਾ ਸਾਈਕਲ ਚਲਾਉਂਦਾ ਸੀ। ਤੇ ਬਾਈਬਲ ਕਹਿੰਦੀ ਹੈ ਜਿਹਦੀ ਲੱਤ ਵੱਢੀ ਉਹ ਜਾ ਕੇ ਉਹਨੂੰ ਕੀ ਕਰੇ? ਉਹ ਆਵੇ। ਸਮਝ ਲੱਗ ਰਹੀ ਹੈ? ਕਹਿੰਦਾ ਜੇ ਤੇਰਾ ਬੈਰੀ ਹੈ ਤਾਂ ਉਹਨੂੰ ਕੀ ਕਰ? ਵਾਹ ਸਮਝ ਲੱਗ ਰਹੀ ਭੈਣ? ਜਾਣੀ ਕਿ ਬੈਰੀ ਕਿੱਦਾਂ? ਮੰਨ ਲਓ ਇੱਕ ਬੰਦੇ ਦੀ ਕਿਸੇ ਨੇ ਲੱਤ ਵੱਢ ਦਿੱਤੀ, ਉਹਦਾ ਕੀ ਬਣ ਗਿਆ? ਹੁਣ ਕਹਿੰਦਾ ਜੇ ਤੇਰਾ ਬੈਰੀ ਤੇਰੇ ਘਰ ਦੇ ਮੂਹਰੇ ਦੀ ਲੰਘਿਆ, ਉਹ ਡਿੱਗ ਗਿਆ, ਤਾਂ ਉਹਨੂੰ ਦੌੜ ਕੇ ਜਾ ਕੇ ਕੀ ਕਰ? ਪਾਣੀ ਚਾਹੀਦਾ, ਪਾਣੀ ਪੁੱਛ, ਰੋਟੀ ਚਾਹੀਦਾ। ਇਹ ਸਾਨੂੰ ਭਾਜੀ ਹੋ ਸਕਦਾ ਹੈ ਜੀ? ਕਹਿੰਦਾ ਜੇ ਤੇਰਾ ਬੈਰੀ ਹੈ ਉਹਨੂੰ ਕੀ ਕਰ? ਉਦਾਹਰਨ ਦੇ ਤੌਰ ਤੇ ਮੈਂ ਦੱਸ ਰਿਹਾ ਵੀ ਇੱਕ ਬੰਦਾ ਤੁਰਿਆ ਜਾਂਦਾ ਸੀ, ਉਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ। ਇੱਕ ਛਿੰਦਾ ਸੀ, ਇੱਕ ਭਿੰਦਾ ਸੀ। ਔਰ ਭਿੰਦੇ ਦੀ ਲੱਤ ਵੱਢ ਦਿੱਤੀ, ਔਰ ਛਿੰਦਾ ਹੁਣ ਕਈ ਦਿਨਾਂ ਬਾਅਦ ਉਹਨਾਂ ਦੇ ਘਰ ਦੇ ਮੋਹਰ 'ਚ ਲੰਘਿਆ, ਉਹ ਡਿੱਗ ਗਿਆ ਧੜਮ ਕਰਦਾ। ਤਾਂ ਭਿੰਦਾ ਕਹਿੰਦਾ ਖਰਾ ਹੋਇਆ, ਡਿੱਗਿਆ ਕੱਖ ਨਾ ਰਹੇ ਨੇ ਮੇਰੀ ਕੀ ਪੜ ਸਿੱਟੀ। ਏਦਾਂ ਹੋਣਾ ਕਿ ਜਾਂ ਏਦਾਂ ਕਹਾਂਗੇ ਅਸੀਂ ਜਾ ਕੇ ਨਹੀਂ ਯਾਰ ਉਹ ਡਿੱਗ ਗਿਆ, ਉਹਦੀ ਜਾ ਕੇ ਮੈਂ ਕੀ ਕਰਾਂ? ਪਰ ਬਾਈਬਲ ਕੀ ਕਹਿੰਦੀ? ਕੀ ਕਰ ਜਾ ਕੇ? ਅਸ਼ੋਕ ਕੀ ਕਹਿੰਦੀ? ਕੀ ਕਰੋ? ਕਰੋਗੇ? ਹੈ ਹੈ ਮੈਂ ਕਹਿੰਦਾ ਮੈਂ ਨਹੀਂ ਕਰਨਾ। ਪਰ ਔਖਾ ਆ ਬਈ, ਇਹ ਕੰਮ ਬੜਾ ਕੀ ਹੈ? ਇਹ ਐਵੇਂ ਨਾ ਲਓ, ਡੀਪਲੀ ਲਓ। ਕਿਸੇ ਨੇ ਤੁਹਾਡੀ ਧੀ ਨੂੰ ਛੇੜਿਆ, ਸੁਣੋ ਹੋਰ ਫੋਰ ਐਗਜ਼ਾਮਪਲ ਦਿਓ, ਇਹ ਤਾਂ ਲੱਤ ਵੱਢਣ ਵਾਲੀ ਗੱਲ ਹੈ। ਕਿਸੇ ਨੇ ਤੁਹਾਡੀ ਬੱਚੀ ਧੀ ਨੂੰ ਛੇੜਿਆ, ਉਹ ਤੁਹਾਡਾ ਬੈਰੀ ਬਣ ਗਿਆ, ਔਰ ਜਦੋਂ ਲੰਘਿਆ ਉਹ ਡਿੱਗ ਗਿਆ। ਬਾਈਬਲ ਕਹਿੰਦੀ ਉਹਨੂੰ ਜਾ ਕੇ ਕੀ ਪਿਆ? ਹੋ ਸਕਦਾ? ਤੁਸੀਂ ਨਹੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ ਜੇਕਰ ਤੁਹਾਡੇ ਵਿੱਚ ਕੀ ਨਹੀਂ ਹੈਗੀ? ਗੱਲਾਂ ਦੇ ਪਹਾੜ ਨਾ ਖੜੇ ਕਰੋ। ਮੈਂ ਫੇਰ ਪੜ ਰਿਹਾ ਸੀ ਗ੍ਰੈਮਸਟਨ ਦੀ ਕਹਾਣੀ ਰਾਤੀ, ਮੈਂ ਤਰੋ ਤਾਜ਼ਾ ਹੋਇਆ ਪੜ ਕੇ। ਜਦੋਂ ਆਸਟ੍ਰੇਲੀਆ ਤੋਂ ਆਏ, ਉਹਦੇ ਬੱਚਿਆਂ ਨੂੰ ਅੱਗ ਲਾਤੀ, ਉਹਦੇ ਪਤੀ ਨੂੰ ਅੱਗ ਲਾਤੀ। ਮੈਂ ਪੜ ਰਿਹਾ ਸੀ ਰਾਤੀ ਵੀ, ਮੈਂ ਤਰੋ ਤਾਜ਼ਾ ਹੋ ਰਿਹਾ ਸੀ। ਤੇ ਉਹਦੀ ਬੇਟੀ ਜਿਹੜੀ ਸੀ, ਉਹਦੀ ਪਤਨੀ, ਉਹਨਾਂ ਦੋਨਾਂ ਨੂੰ ਪੁੱਛਿਆ ਵੀ ਤੇਰਾ ਪਤੀ ਤੇਰੀ ਬੱਚਿਆਂ ਨੂੰ ਇਹਨਾਂ ਬੰਦੇ ਨੇ ਮਾਰ ਦਿੱਤਾ, ਇਹਨਾਂ ਨੂੰ ਕੀ ਕਰੀਏ ਆਪਾਂ? ਤਾਂ ਉਹਨੇ ਕੀ ਆਖਿਆ? ਇਹਨਾਂ ਨੂੰ ਕੀ ਕਰਦੇ ਹੋ ਜੀ? ਮਾਫ ਕਰ ਦਿਓ। ਆਓ ਮੇਰੇ ਹੱਥ। ਦੋ ਮੁੰਡੇ, ਉਹਨਾਂ ਨੂੰ ਕੀ ਕਰ ਦਿੱਤਾ ਭੈਣ? ਜਿੰਦਾ ਜਾਲ ਛੜਿਆ ਕਰਦੇ ਨਾਲ। ਉਹਦਾ ਨੌਜਵਾਨ ਪਤੀ ਜਿੰਦਾ ਸਾੜ ਸਟਿਆ ਉੜੀਸਾ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਰਾਜ ਦੇ ਸਮੇਂ। ਇਹ ਸੱਚੀ ਘਟਨਾ ਹੈ, ਸੱਚੀ। ਔਰ ਉਸ ਭੈਣ ਨੇ ਆਖਿਆ ਮੈਂ ਇਹਨਾਂ ਨੂੰ ਕੀ ਕਰ ਦਿੰਦੀ ਹਾਂ? ਮਾਫ ਕਰ ਦਿਓ। ਔਰ ਲੋਕਾਂ ਨੇ ਸੋਚਿਆ ਸ਼ਾਇਦ ਭੈਣ ਆਸਟ੍ਰੇਲੀਆ ਨੂੰ ਭੱਜ ਜਾਏਗੀ, ਇਹ ਗੋਰੇ ਇਹਨਾਂ ਨੂੰ ਛੱਡ ਕੇ ਚੱਲ ਜਾਣਾ। ਉਹਨਾਂ ਨੇ ਜਿਹੜੇ ਉਹਦੇ ਪਿੱਛੇ ਪਿਛੋਕੜ ਸੀ, ਉਹਨੇ ਆਖਿਆ ਬੇਟਾ ਤੂੰ ਪਿੱਛੇ ਆ ਜਾ। ਉਹਨੇ ਆਖਿਆ ਨਾ, ਮੇਰਾ ਅਸਲੀ ਘਰ ਹੁਣ ਹਿੰਦੁਸਤਾਨ ਹੈ। ਮੈਂ ਭਾਰਤ 'ਚ, ਮੇਰਾ ਪਤੀ ਮੈਨੂੰ ਲੈ ਕੇ ਆਇਆ ਸੀ ਸੇਵਾ ਲਈ। ਮੈਂ ਤੇ ਮੇਰੀ ਬੇਟੀ ਭਾਰਤ 'ਚ ਹੀ ਮਰਾਂਗੇ। ਕਿੱਥੇ ਮਰਾਂਗੇ? ਦੇਖੋ ਵੀ ਪਿਆਰ ਖੁਦਾ ਦਾ। ਉਹਦੇ ਪਤੀ ਨੂੰ, ਉਹਦੇ ਦੋ ਬੱਚਿਆਂ ਨੂੰ ਜਿੰਦਾ ਸਾੜਿਆ ਲੋਕਾਂ ਨੇ, ਪਰ ਉਸ ਭੈਣ ਨੇ ਉਹਨਾਂ ਨੂੰ ਕੀ ਕੀਤਾ? ਮਾਫ ਕੀਤਾ। ਉਹਨੇ ਆਖਿਆ ਮੈਂ ਇਹਨਾਂ ਨੂੰ ਪਾਣੀ ਪਿਆਵਾਂਗੀ, ਮੈਂ ਇਹਨਾਂ ਨੂੰ ਕੀ ਖਵਾਵਾਂਗੀ? ਰੋਟੀ ਖਵਾਵਾਂਗੀ। ਜਿਹੜੀ ਆਹ ਗੱਲ ਲਿਖੀ ਵੀ ਜੇ ਤੇਰਾ ਬੈਰੀ ਭੁੱਖਾ ਹੋਵੇ ਤਾਂ ਉਹਨੂੰ ਖਾਣਾ ਖਵਾ, ਔਰ ਜੇ ਪਿਆਸਾ ਹੋਵੇ ਤਾਂ ਉਹਨੂੰ ਕੀ ਕਰ? ਪਾਣੀ ਪਿਆ। ਉਹ ਭੈਣ ਨੇ ਕੀਤਾ। ਇੱਦਾਂ ਹੀ ਲੱਖਾਂ ਹਜ਼ਾਰਾਂ ਲੋਕ ਅੱਜ ਵੀ ਪ੍ਰਭੂ ਦੇ ਜਿਹੜੇ ਰੱਬ, ਜਿਨ੍ਹਾਂ ਦੇ ਵਿੱਚ ਕੀ ਹੈ? ਮਸੀਹ ਦੀ ਸੋਚ। ਉਹ ਕਰਦੇ ਇਹ ਕੰਮ। ਹਾਲੇਲੂਇਆ, ਹਾਲੇਲੂਇਆ। ਅੱਜ ਮੇਰਾ 12ਵਾਂ ਅਧਿਆਇ ਪੂਰਾ ਹੋਇਆ। ਇਹਦੇ ਵਿੱਚ ਲਾਸਟ ਵਚਨ ਕਹਿੰਦਾ ਆ, ਜਦੋਂ ਤੁਸੀਂ ਇਸ ਤਰ੍ਹਾਂ ਕਿਸੇ ਬੰਦੇ ਨਾਲ ਕਰਦੇ ਆ, ਜੇ ਕੋਈ ਬੰਦੇ ਨੇ ਤੁਹਾਡੇ ਨਾਲ ਬੁਰਾਈ ਕੀਤੀ, ਤੁਸੀਂ ਉਹਦਾ ਫਿਰ ਵੀ ਭਲਾ ਕਰਦੇ ਆ, ਫਿਰ ਕੀ ਹੁੰਦਾ ਆ? ਬੁਰਾਈ ਦੀ ਹਾਰ ਹੁੰਦੀ ਹੈ ਔਰ ਸੱਚਾਈ ਦੀ ਭੈਣ ਜਿੱਤ ਹੁੰਦੀ। ਹਾਂ, ਜੇਕਰ ਤੁਸੀਂ ਉਹਨੂੰ ਪਲਟ ਕੇ ਵਾਰ ਦਿੱਤਾ ਤੇ ਉਹਦੇ ਨਾਲ ਧੋਖਾ ਕੀਤਾ, ਫਿਰ ਸੱਚਾਈ ਦੀ ਤੁਸੀਂ ਹਾਰ ਕਰਾ ਦਿੰਦੇ ਆ ਤੇ ਬੁਰਾਈ ਦੀ
ਜਿੱਤ ਗਾ ਬੁਰਾਈ ਜਿੱਤ ਗਈ। ਪੜ੍ਹੀਏ ਭਾਜੀ ਲਾਸਟ ਵਿੱਚ ਕੀ ਲਿਖਿਆ ਆ। ਬੁਰਾਈ ਤੋਂ ਨਾ ਹਾਰ ਬਾਈਬਲ ਕਹਿੰਦੀ ਆ ਜੇ ਕੋਈ